ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲ ਕਰਾਂਗੇ ਕੈਨੇਡਾ ਵਿੱਚ ਕੋਵਿਡ-19 ਕੇਸਿਸ ਬਾਰੇ ਅਤੇ ਇਸ ਦੇ ਨਾਲ ਹੀ ਫੈਡਰਲ ਸਰਕਾਰ ਵੱਲੋਂ ਕੈਨੇਡਾ ਦੀ ਪੁਲਿਸ ਫੋਰਸਿਸ ਦੇ ਵਿੱਚ ਰੇਸਿਜ਼ਮ ਅਤੇ ਡਿਸਕ੍ਰਿਮੀਨੇਸ਼ਨ ਨੂੰ ਕਿਸ ਤਰ੍ਹਾਂ ਐਡਰੈਸ ਕੀਤਾ ਜਾ ਰਿਹਾ ਹੈ, ਇਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼। ਸ਼ੁਰੂਆਤ ਕਰਾਂਗੇ ਕੈਨੇਡਾ ਵਿੱਚ ਕੋਵਿਡ-19 ਕੇਸਿਸ ਦੇ ਨਾਲ। ਕੈਨੇਡਾ ਵਿੱਚ ਕੋਵਿਡ-19 ਦੇ 1,03,000 ਤੋਂ ਉੱਪਰ ਕੇਸਿਸ ਕਨਫਰਮ ਕੀਤੇ ਗਏ ਨੇ। ਇਸ ਦੇ ਨਾਲ ਹੀ 8,500 ਤੋਂ ਉੱਪਰ ਡੈਥਸ ਰਿਪੋਰਟ ਕੀਤੀਆਂ ਜਾ ਚੁੱਕੀਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਨਾਡਾ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੇ ਅਤੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਪ੍ਰੀਮੀਅਰਸ ਦੇ ਨਾਲ ਇੱਕ ਮੀਟਿੰਗ ਕੀਤੀ, ਜਿਸ ਵਿੱਚ ਉਹਨਾਂ ਨੇ ਕੈਨੇਡਾ ਵਿੱਚ ਸਿਸਟਮਿਕ ਰੇਸਿਜ਼ਮ ਅਤੇ ਡਿਸਕ੍ਰਿਮੀਨੇਸ਼ਨ ਨੂੰ ਐਡਰੈਸ ਕਰਨ ਸੰਬੰਧੀ ਗੱਲਬਾਤ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਫਰਸਟ ਮਿਨਿਸਟਰਸ ਵੱਲੋਂ ਇੱਕ ਜੁਆਇੰਟ ਸਟੇਟਮੈਂਟ ਵੀ ਰਿਲੀਜ਼ ਕੀਤੀ ਗਈ ਹੈ। When we put out our joint statement, we demonstrated that in every province of the country, in every territory, we are committed to fighting against racism, to ensuring that people don't face discrimination based on their ethnic background or their identity, whether they're racialized or indigenous or of any sort of background. There was not consensus on using the phrase systemic discrimination or systemic racism. I have been crystal clear that the federal government recognizes it in order to be able to better address it. But I think people have seen that it's still a strong statement that needs to be followed up by concrete actions, and I look forward to taking those actions in partnership with provinces and territories and on our own. ਕੈਨੇਡਾ ਅਤੇ ਅਮਰੀਕਾ ਦੇ ਵਿੱਚ ਰੇਸਿਜ਼ਮ ਸੰਬੰਧੀ ਹੋਏ ਪ੍ਰੋਟੈਸਟ ਤੋਂ ਬਾਅਦ ਪੀਲ ਰੀਜਨਲ ਪੁਲਿਸ ਵੱਲੋਂ ਵੀ ਬੋਡੀ ਕੈਮਸ ਅਡਾਪਟ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸੰਬੰਧੀ ਪੀਲ ਪੁਲਿਸ ਸਰਵਿਸਿਜ਼ ਬੋਰਡ ਦੀ ਇੱਕ ਮੀਟਿੰਗ ਵੀ ਰੱਖੀ ਗਈ ਸੀ, ਜਿਸ ਵਿੱਚ ਕੈਮਰਾਜ਼ ਦੀ ਆਪਰੇਸ਼ਨਲ ਰਿਕੁਆਇਰਮੈਂਟ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਪੇਸ਼ ਹੈ ਇੱਕ ਖਾਸ ਰਿਪੋਰਟ। ਅਮਰੀਕਾ ਵਿੱਚ ਨਸਲਵਾਦ ਵਿਰੁੱਧ ਭੜਕੀ ਹਿੰਸਾ ਤੋਂ ਬਾਅਦ ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਬਲੈਕ ਲਾਈਵਜ਼ ਮੈਟਰ ਦੇ ਪ੍ਰੋਟੈਸਟ ਵੇਖੇ ਗਏ ਸਨ, ਜਿਨ੍ਹਾਂ ਦੇ ਵਿੱਚ ਪੁਲਿਸ ਦੇ ਨਸਲਵਾਦੀ ਰਵੱਈਏ ਅਤੇ ਬੇਇਨਸਾਫੀ ਦੀ ਆਲੋਚਨਾ ਕੀਤੀ ਗਈ। ਇਸ ਨੂੰ ਵੇਖਦਿਆਂ ਪੀਲ ਰੀਜਨਲ ਪੁਲਿਸ ਵੱਲੋਂ ਬੀਤੇ ਦਿਨੀ ਐਲਾਨ ਕੀਤਾ ਗਿਆ ਸੀ ਕਿ ਪੁਲਿਸ ਵੱਲੋਂ ਬੋਡੀ ਕੈਮਸ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸੇ ਸੰਬੰਧੀ ਪੀਲ ਪੁਲਿਸ ਸਰਵਿਸਿਜ਼ ਬੋਰਡ ਵੱਲੋਂ ਐਮਰਜੈਂਸੀ ਮੀਟਿੰਗ ਵੀ ਰੱਖੀ ਗਈ ਸੀ, ਜਿਸ ਵਿੱਚ ਇਹ ਵਿਚਾਰਿਆ ਗਿਆ ਕਿ ਲੋਕਾਂ ਦੇ ਵਿਸ਼ਵਾਸ ਨੂੰ ਕਿਵੇਂ ਕਾਇਮ ਰੱਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪੀਲ ਪੁਲਿਸ ਬੋਰਡ ਵੱਲੋਂ ਪੀਲ ਪੁਲਿਸ ਚੀਫ ਨਿਸ਼ਾਨ ਦੁਰਿਆਪਾ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਬੋਡੀ ਵੌਰਨ ਕੈਮਰਾਜ਼ ਦੀ ਵਰਤੋਂ ਲਈ ਆਪਸ਼ਨਸ ਨੂੰ ਹਾਈਲਾਈਟ ਕਰਨ। ਇਸੇ ਨੂੰ ਮੁੱਖ ਰੱਖਦਿਆਂ ਪੀਲ ਪੁਲਿਸ ਸਰਵਿਸਿਜ਼ ਬੋਰਡ ਵੱਲੋਂ 26 ਜੂਨ ਨੂੰ ਇੱਕ ਮੀਟਿੰਗ ਰੱਖੀ ਗਈ, ਜਿਸ ਵਿੱਚ ਕੈਮਰਾਜ਼ ਦੀ ਆਪਰੇਸ਼ਨਲ ਰਿਕੁਆਇਰਮੈਂਟ, ਬਜਟ ਇੰਪੈਕਟਸ, ਕਮਿਊਨਿਟੀ ਫੀਡਬੈਕ ਅਤੇ ਇੰਪਲੀਮੈਂਟੇਸ਼ਨ ਟਾਈਮਲਾਈਨ ਸੰਬੰਧੀ ਗੱਲਬਾਤ ਕੀਤੀ ਗਈ। As you know, there's a need in policing for some changes, and we're going to do that. We have good people here, good officers and civilians, but body-worn cameras are not the full solution. It is one thing amongst many things that we probably should be doing and implementing. I've told my police services board that the need to implement and accelerate that process is just one of many things that we should be doing. It is a piece that will give some public confidence, an element of accountability, an ability for us to message things properly, but it doesn't solve all the things. Really, it's behind the uniform that is the biggest change. ਕਾਬਲੇ ਗੌਰ ਹੈ ਕਿ ਰੇਸਿਜ਼ਮ ਦੀ ਕਈ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਪੁਲਿਸ ਸਰਵਿਸਿਜ਼ ਨੂੰ ਡਿਸਮੈਂਟਲ ਅਤੇ ਡਿਫੰਡ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਓਨਟਾਰੀਓ ਪ੍ਰੀਮੀਅਰ ਡਕਫੋਰਡ ਨੇ ਬੋਲਦਿਆਂ ਕਿਹਾ ਕਿ ਓਨਟਾਰੀਓ ਦੇ ਵਿੱਚ ਪੁਲਿਸ ਬਜਟ ਨਹੀਂ ਘਟਾਇਆ ਜਾਏਗਾ। ਉਹਨਾਂ ਨੇ ਕਿਹਾ ਕਿ ਪ੍ਰੋਵਿੰਸ਼ੀਅਲ ਜਾਂ ਫਿਰ ਮਿਊਨਿਸਪਲ ਫੋਰਸ ਦੇ ਬਜਟਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਕਾਰਨ ਪੁਲਿਸ ਆਫੀਸਰਸ ਦੀ ਕਮੀ ਹੋਵੇਗੀ ਅਤੇ ਕਮਿਊਨਿਟੀ ਦੀ ਸੁਰੱਖਿਆ ਲਈ ਪੁਲਿਸ ਆਫੀਸਰਸ ਦੀ ਲੋੜ ਹੈ। I just don't believe in defunding the police. I think it's a massive error, and we can call it whatever it is. I believe in funding them, absolutely, when it comes to mental health issues, going on a call, which we are doing right now with certain areas. And we just gave the police additional money, no matter if it's about crime, guns and gangs, other areas. So when you call 911 and we're short 100 police officers, you know, like you got to be kidding me. Let's increase funding for areas of community outreach. You know, building better relationships with communities.
But just to cut them by what, $100 million, I'm hearing, and like I don't understand it. I do not believe in cutting police budgets. Simple as that. I believe in increasing them and supporting them when it comes to, again, community outreach and other areas, be it mental health issues on a call. Are they not trained for that? I agree. There should be better training for the police in those situations and bringing someone, an expert, along with them. But just remember, if you call 911, you don't have someone showing up in an emergency. There's 100 police officers short right now. And I hear the stories from the frontline police officers. Downtown, there might be 3 or 4 cars sometimes in all of downtown. You know, do you want that? I don't want it. And I'll tell you one thing, I guarantee you the vast majority of the people, when you call 911, you expect the call to be answered, you expect the police to be there like ASAP, depending on what the 911 call is about. ਜਦੋਂ ਅਸੀਂ ਡੀਫੰਡ ਪੁਲਿਸ ਦੀ ਗੱਲ ਕਰਦੇ ਹਾਂ ਮੈਂ ਇਸ ਤੇ ਬਹੁਤ ਖਿਲਾਫ ਹੈਗਾ ਜੀ ਕਿਉਂਕਿ ਜੇ ਤੁਸੀਂ ਅੱਜ ਦੇ ਦਿਨ ਜੋ ਸਾਡੇ ਕੋਲ ਰੈਜ਼ੀਡੈਂਟਸ ਆਉਂਦੇ ਮੇਰੇ ਆਫਿਸ ਵਿੱਚ ਆਉਂਦੇ ਹੈਗੇ ਆ ਜਾਂ ਮੇਰੇ ਸਾਡੇ ਕਮਿਊਨਿਟੀ 'ਚ ਜਦੋਂ ਅਸੀਂ ਬਾਹਰ ਜਾਂਦੇ ਆ ਹਮੇਸ਼ਾ ਸਾਨੂੰ ਮੰਗ ਇਹੀ ਹੁੰਦੀ ਵੀ ਜਿਹੜੀ ਪੁਲਿਸ ਜਿਹੜੀ ਸਰਵਿਸਿਜ਼ ਹੈਗੀ ਵੀ ਸਾਡੇ ਘਰਾਂ 'ਚ ਚੋਰੀਆਂ ਬਹੁਤ ਹੋ ਰਹੀਆਂ ਸਾਡਾ ਕ੍ਰਾਈਮ ਵੱਧ ਰਿਹਾ ਇੱਥੇ ਸਾਡਾ ਜਿਹੜੇ ਵਾਇਲੈਂਟ ਕ੍ਰਾਈਮਸ ਹੈਗੇ ਗਨ ਕ੍ਰਾਈਮ ਉਹ ਵੱਧ ਰਿਹਾ ਵੀ ਸਾਨੂੰ ਹੋਰ ਸਪੋਰਟ ਦੀ ਲੋੜ ਹੈਗੀ ਹੈ ਇਹਨਾਂ ਚੀਜ਼ਾਂ ਨੂੰ ਕੰਬੈਟ ਕਰਨ ਲਈ ਸੋ ਜਦੋਂ ਕੋਈ ਆਪੋਜੀਸ਼ਨ ਜਿਹੜੇ NDP ਹੈਗੇ ਆ ਜਾਂ ਲਿਬਰਲ ਹੈਗੇ ਜਦੋਂ ਕਹਿੰਦੇ ਵੀ ਪੁਲਿਸ ਤੋਂ ਤੁਸੀਂ ਪੈਸੇ ਕੱਟ ਦਿਓ ਆਈ ਡੋਂਟ ਥਿੰਕ ਵੀ ਇਹ ਸੋਲੂਸ਼ਨ ਹੈਗਾ ਇੱਕ ਜਿਹੜਾ ਕਿਸੇ ਨੂੰ ਵੀ ਸਾਨੂੰ ਸਪੋਰਟ ਕਰੂਗਾ ਕਿਉਂਕਿ ਜੇ ਤੁਸੀਂ ਬਜਟ ਵੇਖੋ ਪੁਲਿਸ ਦਾ ਆਲਮੋਸਟ 90% ਤੋਂ ਉੱਪਰ ਬਜਟ ਜਿਹੜਾ ਹੈਗਾ ਉਹ ਵੇਜਸ ਦੇ ਉੱਤੇ ਜਾਂਦਾ ਹੈਗਾ ਸੋ ਜੇ ਤੁਸੀਂ ਕੋਈ ਵੀ ਕੱਟ ਲਾਓਗੇ ਪੁਲਿਸ ਉੱਤੇ ਉਹ ਸਿੱਧਾ ਤੁਹਾਡੇ ਜਿਹੜੇ ਤੁਸੀਂ ਜਿਹੜੀਆਂ ਆਲਰੇਡੀ ਅਸੀਂ ਕਹਿ ਸਕਦੇ ਕਈ ਵਾਰ ਓਵਰ ਸਟ੍ਰੈਚਡ ਹੈਗੇ ਆ ਉਹ ਹੋਰ ਵੱਧ ਜੂਗਾ ਆਪਣਾ ਇੱਥੇ ਤੇ ਉਹਦੇ ਵਿੱਚ ਜਿਹੜੀ ਇਨਫੋਰਸਮੈਂਟ ਦੇ ਰਾਹੀਂ ਸਾਨੂੰ ਆਲਰੇਡੀ ਪ੍ਰੋਬਲਮ ਆਉਂਦੀ ਆ ਉਹ ਹੋਰ ਵੱਧ ਜੂਗੀ ਸੋ ਇਸ ਤੋਂ ਮੈਂ ਸਮਝਦਾ ਵੀ ਆਪਾਂ ਨੂੰ ਪੂਰਾ ਬਚਾ ਕੇ ਰੱਖਣਾ ਚਾਹੀਦਾ ਇਹੋ ਜਿਹੀ ਜਿਹੜੀ ਲਹਿਰ ਮੈਂ ਸਮਝਦਾ ਵੀ ਬਹੁਤ ਛੋਟੇ ਇੱਕ ਗਿਣਤੀ ਦੇ ਰਾਹੀਂ ਇੱਕ ਕਿਸੇ ਦਾ ਏਜੰਡਾ ਪੀਸ ਹੈਗਾ ਜਿਹਨੂੰ ਅਸੀਂ ਲੈਫਟ ਵਿੰਗ ਕਹਿੰਦੇ ਹੈਗੇ ਉਹਨਾਂ ਦਾ ਏਜੰਡਾ ਹੈਗਾ ਪਰ ਜਿਹੜੀ ਆਮ ਪਬਲਿਕ ਹੈਗੀ ਹੈ ਜਿਹੜੀ ਸਾਨੂੰ ਕਾਲਸ ਵੀ ਆਈਆਂ ਉਹ ਇਸ ਦੇ ਵਿੱਚ ਨਹੀਂ ਹੱਕ ਦੇ ਵਿੱਚ ਹੈਗੀਆਂ ਜਿਹੜੀ ਅਸੀਂ ਸਿਸਟਮੈਟਿਕ ਰੇਸਿਜ਼ਮ ਦੀ ਗੱਲ ਕਰਦੇ ਉਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਵੀ ਆਪਣੇ ਕੋਈ ਵੀ ਇੰਸਟੀਟਿਊਸ਼ਨਲਾਈਜ਼ਡ ਜਿਹੜੀ ਰੇਸਿਜ਼ਮ ਹੈਗੀ ਉਹ ਐਗਜ਼ਿਸਟ ਕਰਦੀ ਹੈ ਕੈਨੇਡਾ ਦੇ ਵਿੱਚ ਤੇ ਅਸੀਂ ਆਪਣੇ ਵੱਲੋਂ ਜੋ ਵੀ ਪ੍ਰੋਗਰਾਮ ਕਰ ਸਕਦੇ ਅਸੀਂ ਕਰਾਂਗੇ ਜਦੋਂ ਅਸੀਂ PO ਸਕੂਲ ਬੋਰਡ ਦੇ ਵਿੱਚ ਦੇਖਦੇ ਹਾਂ ਜਿਹੜੀ ਐਂਟੀ ਬਲੈਕ ਰੇਸਿਜ਼ਮ ਜਿਹੜੀ ਹੋ ਰਹੀ ਸੀ ਜਿਹੜੇ ਆਪਣੇ ਬੱਚੇ ਸੀਗੇ ਬਲੈਕ ਕਿਡਸ ਜੀ ਸੀਗੇ ਸਾਊਥ ਏਸ਼ੀਅਨ ਕਿਡਸ ਸੀ ਉਹਨਾਂ ਦੀ ਕਿੰਨੀ ਡਿਸਕ੍ਰਿਮੀਨੇਸ਼ਨ ਹੋ ਰਹੀ ਸੀਗੀ ਪਹਿਲਾ ਮਿਨਿਸਟਰ ਆਫ ਐਜੂਕੇਸ਼ਨ ਜਿਹੜਾ ਮਿਨਿਸਟਰ ਲੈਚੀ ਪਹਿਲੀ ਵਾਰੀ ਉਹਨਾਂ ਨੇ ਇੱਕ ਸੁਪਰਵਾਈਜ਼ਰ 160 ਸਾਲਾਂ ਦੇ ਵਿੱਚ ਜਿਹੜਾ ਇਸ ਐਕਟ ਨੂੰ ਚੱਲਦੇ ਹੋਇਆ ਇਹ ਅਪੁਆਇੰਟ ਕੀਤਾ ਸੀ ਉਹਨੂੰ ਰਿਮੂਵ ਕੀਤਾ ਗਿਆ ਸੀ ਕਿਉਂਕਿ ਉਹ ਇਸ ਐਂਟੀ ਬਲੈਕ ਰੇਸਿਜ਼ਮ ਨੂੰ ਸੀਰੀਅਸਲੀ ਨਹੀਂ ਸੀ ਲੈ ਰਹੇ ਇਹ ਜਿਹੜੀਆਂ ਰਿਵਿਊਜ਼ ਆ ਪਹਿਲੀ ਗਵਰਨਮੈਂਟ ਨੇ ਵੀ ਕੀਤੀਆਂ ਸੀ ਜਿਹੜੀ ਪਿਛਲੀ ਲਿਬਰਲ ਸਰਕਾਰ ਨੇ ਆਈ ਸੀਗੀ ਉਹਨਾਂ ਨੇ ਵੀ ਇਸ ਐਂਟੀ ਰੇਸਿਜ਼ਮ ਦੇ ਉੱਤੇ ਰਿਵਿਊ ਕੀਤੀ ਸੀ ਪਰ ਉਹਨਾਂ ਨੇ ਕੁਛ ਨਹੀਂ ਸੀ ਕੀਤਾ ਇਸ ਚੀਜ਼ ਨੂੰ ਐਡਰੈਸ ਕਰਨ ਲਈ ਸੋ ਸਾਡੀ ਸਰਕਾਰ ਹਮੇਸ਼ਾ ਜੋ ਵੀ ਸਾਡੀਆਂ ਮੰਗਾਂ ਆਪਣੇ ਸਟੂਡੈਂਟਸ ਦੀਆਂ ਆਪਣੇ ਕਮਿਊਨਿਟੀ ਦੀਆਂ ਆਪਣੇ ਬੱਚਿਆਂ ਦੀਆਂ ਹੁੰਦੀਆਂ ਸੀ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਕੋਈ ਵੀ ਸਕੂਲ ਬੋਰਡ ਨੂੰ ਸੁਪਰਵਾਈਜ਼ਰ ਰਾਹੀਂ ਰਿਪਲੇਸ ਕਰਨ ਦੀ ਜੋ ਪਾਵਰ ਪਹਿਲੀ ਵਾਰੀ ਵਰਤੀ ਗਈ ਉਹ ਮਿਨਿਸਟਰ ਆਫ ਐਜੂਕੇਸ਼ਨ ਮਿਨਿਸਟਰ ਲੈਚੀ ਵੱਲੋਂ ਕੀਤੀ ਗਈ ਹੈ ਸੋ ਜਿੱਥੇ ਵੀ ਕੋਈ ਅਸਲੀਅਤ ਵਿੱਚ ਕੰਮ ਕਰਨ ਦੀ ਗੱਲ ਹੁੰਦੀ ਹੈ ਉੱਥੇ ਹਮੇਸ਼ਾ ਸਾਡੀ ਸਰਕਾਰ ਕੋਈ ਰੇਸਿਜ਼ਮ ਸਿਸਟੈਮਿਕ ਰੇਸਿਜ਼ਮ ਨੂੰ ਫਾਈਟ ਕਰਨ ਲਈ ਜ਼ਰੂਰ ਹੋਊਗੀ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਬੀਤੇ ਦਿਨੀ ਇਹ ਆਖਿਆ ਗਿਆ ਸੀ ਕਿ ਕਈ ਲੋਕੀ ਪੁਲਿਸ ਨਾਲ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ ਇਸ ਦੇ ਨਾਲ ਹੀ RCMP ਕਮਿਸ਼ਨਰ ਦੇ ਨਾਲ ਵੀ ਉਹਨਾਂ ਨੇ ਮੀਟਿੰਗ ਕੀਤੀ ਸੀ ਜਿਸ ਵਿੱਚ RCMP ਨੇ ਬੋਡੀ ਕੈਮਸ ਅਡਾਪਟ ਕਰਨ ਦਾ ਆਈਡੀਆ ਦਿੱਤਾ ਸੀ ਇਸ ਸੰਬੰਧੀ ਪ੍ਰੋਵਿੰਸਸ ਦੇ ਨਾਲ ਵੀ ਫੈਡਰਲ ਸਰਕਾਰ ਦੀ ਗੱਲਬਾਤ ਜਾਰੀ ਹੈ ਜਸਲੀਨ ਕੌਰ PTC ਨਿਊਜ਼ ਟੋਰਾਂਟੋ ਕੈਨੇਡਾ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਹਾਡੀ ਮੁਲਾਕਾਤ ਕਰਵਾਵਾਂਗੇ ਓਨਟਾਰੀਓ ਪੁਲਿਸ ਸਰਵਿਸਿਜ਼ ਬੋਰਡ ਦੇ ਮੈਂਬਰ ਦਿਲਜੀਤ ਸਿੰਘ ਨਿਰਮਾਨ ਦੇ ਨਾਲ ਜਿਨ੍ਹਾਂ ਵੱਲੋਂ ਸਿਸਟਮੈਟਿਕ ਰੇਸਿਜ਼ਮ ਉਤੇ ਮੋਸ਼ਨ ਪ੍ਰੈਜ਼ੈਂਟ ਕੀਤਾ ਗਿਆ ਸੀ ਅਤੇ ਉਸ ਮੋਸ਼ਨ ਨੂੰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ ਹੈ ਜਲਦ ਹਾਜ਼ਰ ਹੁੰਦੇ ਹਾਂ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ
ਆਟਵਾ ਪੁਲਿਸ ਸਰਵਿਸਿਜ਼ ਬੋਰਡ ਵੱਲੋਂ ਆਪਣੇ ਮੈਂਬਰਸ ਅਤੇ ਕਮਿਊਨਿਟੀ ਲਈ ਹੋਰ ਇਕੁਇਟੇਬਲ ਅਤੇ ਇਨਕਲੂਸਿਵ ਸਰਵਿਸਿਜ਼ ਲਈ ਇੱਕ ਮੋਸ਼ਨ ਪਾਸ ਕੀਤਾ ਗਿਆ ਹੈ। ਇਹ ਮੋਸ਼ਨ ਆਟਵਾ ਪੁਲਿਸ ਸਰਵਿਸਿਜ਼ ਬੋਰਡ ਦੇ ਮੈਂਬਰ ਦਲਜੀਤ ਸਿੰਘ ਨਰਮਾਨ ਵੱਲੋਂ ਪ੍ਰੈਜ਼ੈਂਟ ਕੀਤਾ ਗਿਆ ਸੀ। ਪੁਲਿਸ ਸਰਵਿਸਿਜ਼ ਦੇ ਵਿੱਚ ਰੇਸਿਜ਼ਮ ਅਤੇ ਡਿਸਕ੍ਰਿਮੀਨੇਸ਼ਨ ਨੂੰ ਖਤਮ ਕਰਨ ਲਈ ਕਿਸ ਤਰ੍ਹਾਂ ਦੀ ਰეკਮੈਂਡੇਸ਼ਨ ਉਹਨਾਂ ਵੱਲੋਂ ਰੱਖੀਆਂ ਗਈਆਂ ਹਨ, ਇਸ ਸੰਬੰਧੀ ਅਸੀਂ ਗੱਲਬਾਤ ਕਰਦੇ ਹਾਂ ਦਲਜੀਤ ਸਿੰਘ ਨਰਮਾਨ ਦੇ ਨਾਲ। ਸਤਿ ਸ਼੍ਰੀ ਅਕਾਲ ਦਲਜੀਤ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ PTC ਪੰਜਾਬੀ ਤੇ। ਥੈਂਕ ਯੂ ਸੋ ਮਚ ਫॉर योर टाइम। थैंक यू जसलीन जी, मैनू एक बार होर मौका देने का। और सब तो पहले मैं गुड मॉर्निंग, नमस्ते, सत श्री अकाल, आदाब तुहाडे सारे व्यूअर्स नू कहना। ਦਲਜੀਤ ਜੀ, ਤੁਹਾਡੇ ਵੱਲੋਂ ਮੋਸ਼ਨ ਪ੍ਰੈਜ਼ੈਂਟ ਕੀਤਾ ਗਿਆ ਸੀਗਾ ਸਿਸਟਮੈਟਿਕ ਰੇਸਿਜ਼ਮ, ਡਿਸਕ੍ਰਿਮੀਨੇਸ਼ਨ ਐਂਡ ਬਾਇਸ ਉੱਤੇ। ਇਸ ਮੋਸ਼ਨ ਨੂੰ ਆਟਵਾ ਪੁਲਿਸ ਸਰਵਿਸਿਜ਼ ਬੋਰਡ ਵੱਲੋਂ ਪਾਸ ਕਰ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਮੋਸ਼ਨ ਬਾਰੇ ਜਾਣਨਾ ਚਾਹਾਂਗੇ। हाँ जी जसलीन जी, बड़ा ही थैंक यू फॉर आस्किंग दिस क्वेश्चन एंड तुसी मैनू अपॉर्चुनिटी दित्ती। ਇਹ ਮੋਸ਼ਨ ਤੇ ਮੈਂ ਕਾਫੀ ਮਹੀਨਿਆਂ ਤੋਂ ਕੰਮ ਕਰ ਰਿਹਾ ਸੀਗਾ ਔਰ 25 ਮਈ ਨੂੰ ਜਿਹੜੀ ਸਾਡੀ ਬੋਰਡ ਮੀਟਿੰਗ ਹੁੰਦੀ ਹੈ ਉਸ ਵਿੱਚ ਮੈਂ ਨੋਟਿਸ ਤਰ੍ਹਾਂ ਪੇਸ਼ ਕੀਤਾ ਸੀਗਾ ਤਾਂ ਕਿ ਇਸ ਤੇ ਡਿਸਕਸ਼ਨਸ ਫਰਦਰ ਹੋ ਸਕਣ। ਤੇ ਇਹ ਜਿਹੜਾ ਮੇਰਾ ਮੋਸ਼ਨ ਹੈਗਾ ਇਸ ਵਿੱਚ ਮੈਂ ਕੁਝ ਸੁਜੈਸ਼ਨਸ ਦਿੱਤੇ ਨੇ और ਜਿਹੜੇ ਕੋਰ ਸੁਜੈਸ਼ਨ ਹੈਗੇ ਨੇ ਇਸ ਦੇ ਅੰਦਰ ਉਹ ਹੈਗੇ ਨੇ ਕਿ ਜਿਹੜੇ ਐਗਜ਼ਿਸਟਿੰਗ ਸਿਸਟਮਸ ਐਂਡ ਸਟਰਕਚਰਸ ਹੈਗੇ ਨੇ ਉਸ ਦੇ ਅੰਦਰ ਚੇਂਜਸ, ਮੋਰ ਇਕੁਇਟੇਬਲ ਔਰ ਇਨਕਲੂਸਿਵ ਸਰਵਿਸ ਲਿਆਈ ਜਾਵੇ। ਔਰ ਸੈਕੰਡ ਕੋਰ ਰਿਕਮੈਂਡੇਸ਼ਨ ਜਿਹੜੀ ਕਿ ਜਿਸਟ ਹੈਗੀ ਹੈ ਮੋਸ਼ਨ ਦੀ ਉਹ ਹੈਗੀ ਹੈ ਟੂ ਟਰੈਕ ਦ ਇਨਸੀਡੈਂਟ ਆਫ ਡਿਸਕ੍ਰਿਮੀਨੇਸ਼ਨ ਵਿਦਿਨ ਦ ਫੋਰਸ ਔਰ ਰਿਵਿਊ ਕਰਨ ਜਿਹੜੀ ਰੇਸ਼ੀਅਲ ਪ੍ਰੋਫਾਈਲਿੰਗ ਪਾਲਿਸੀ ਹੈਗੀ ਹੈ और कोऑर्डिनेट करन साडे सिटी ऑफ ऑटवा एंटी रेसिज्म सैक्रेटरीएट बनिया उनदे नाल ताकि जेडे साडे एफर्ट्स है डुप्लीकेट ना होन और उन्हां दी एक्सपर्टीज यूज करके फोर्स दे मैंबर्स वास्ते और कम्युनिटी वास्ते जेड़ा असीं सर्व करने आ उन्हां दी हेल्प हो सके। जी जी जी, ਤੁਹਾਡੇ ਵੱਲੋਂ 5 ਰეკਮੈਂਡੇਸ਼ਨਸ ਜਿਸ ਤਰ੍ਹਾਂ ਕਿ ਦਿੱਤੀਆਂ ਗਈਆਂ ਹਨ ਮੀਟਿੰਗ ਦੇ ਵਿੱਚ ਔਰ ਉਸ ਬਿਹਾਫ ਤੇ ਮੋਸ਼ਨ ਨੂੰ ਪਾਸ ਕੀਤਾ ਗਿਆ ਹੈ। ਥੋੜੀ ਜੀ ਹੋਰ ਡਿਟੇਲ ਜਾਨਣਾ ਚਾਹਾਂਗੇ ਰეკਮੈਂਡੇਸ਼ਨਸ ਦੀ। ਇਸ ਦੇ ਨਾਲ ਹੀ ਇਹ ਵੀ ਜਾਨਣਾ ਚਾਹਾਂਗੀ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਤੁਹਾਡੇ ਵੱਲੋਂ ਇਕੁਇਟੇਬਿਲਿਟੀ ਐਂਡ ਇਨਕਲੂਸਿਵ ਸਰਵਿਸ ਦੀ ਮੰਗ ਕੀਤੀ ਜਾ ਰਹੀ ਹੈ, ਕਿਸ ਤਰ੍ਹਾਂ ਇਸ ਨੂੰ ਐਡਰੈਸ ਕੀਤਾ ਜਾਏਗਾ? ਜਸਲੀਨ ਜੀ, ਜਿਵੇਂ ਤੁਸੀਂ ਮੇਰਾ ਮੋਸ਼ਨ ਦੇਖਿਆ ਹੋਏਗਾ 22 ਆਫ ਜੂਨ ਨੂੰ ਡਿਬੇਟ ਹੋਇਆ ਸੀਗਾ और पूरे बोर्ड ने इनू यूनैनिमसली अप्रूव किया। मैं तुहानू ब्रीफली दस देवां जिहड़ी मेरी 5 रिकमेंडेशन सीगियां ऑटवा पुलिस नू। पहली तो हैगी है कि भई वो कल्चर और स्ट्रक्चरल इनइक्वालिटीज जिहड़ियां हैगियां ने उहनू सारी ऑर्गेनाइजेशन होल ऑफ ऑर्गेनाइजेशन इनिशिएटिव नू लैन विच इज इंक्लूसिव ऑफ ऑल मैंबर्स बोथ वुमेन एंड मैन, ब्लैक, इंडिजिनस एंड LGBTQ, क्योंकि उन्होंने थोड़ा जा असी देखा कि उन्होंने काफ़ी ज़्यादा ब्रूटैलिटीज़ हुई ने। दूजा मेरा रिकमेंडेशन सीगा कि जेडे लॉन्ग स्टैंडिंग स्ट्रक्चर्स हैगे और सिस्टम्स हैगे ने वो भावें इंस्टीट्यूशनलाइज होन या इंडिविजुअल होन उन्होंने रीडिज़ाइन किया जाए। और ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਜਿਵੇਂ ਸਾਡੇ ਇੱਥੇ ਹੈਗੀ ਕਮਿਊਨਿਟੀ ਇਕੁਇਟੀ ਕਾਉਂਸਲ, ਕੀ ਕਮਿਊਨਿਟੀ ਲੀਡਰਸ, ਸਟੇਕ ਹੋਲਡਰਸ, ਉਹਨਾਂ ਨਾਲ ਸਲਾਹ ਕਰਕੇ ਉਹਨਾਂ ਨੂੰ ਵਿੱਚ ਲੈ ਕੇ ਉਹਨਾਂ ਦੀ ਸਲਾਹ ਨਾਲ ਅੱਗੇ ਵਧਿਆ ਜਾਵੇ। ਤੀਜਾ ਸੀਗਾ ਕਿ ਆਟਵਾ ਪੁਲਿਸ ਜਿਹੜੀ ਹੈ ਔਰ ਆਟਵਾ ਪੁਲਿਸ ਬੋਰਡ ਇਸ ਉੱਤੇ ਕਾਫੀ ਕੰਮ ਕਰ ਰਹੀ ਹੈ। ਅਸੀਂ ਇੱਕ ਡਾਇਵਰਸਿਟੀ ਆਡਿਟ ਕਰਾਇਆ ਸੀਗਾ, ਫਿਰ ਹੁਣੇ ਫੈਬਰਵਰੀ 'ਚ ਇਕੁਇਟੀ, ਡਾਇਵਰਸਿਟੀ ਐਂਡ ਇਨਕਲੂਜਨ ਪਲਾਨ ਬਣਿਆ ਜਿਹਨੂੰ ਅਸੀਂ EDI ਪਲਾਨ ਕਹਿੰਦੇ ਆ। ਉਸ ਵਿੱਚ ਇਨੀਸ਼ੀਅਲ 10 ਰਿਕਮੈਂਡੇਸ਼ਨਸ ਵੀ ਦਿੱਤੀਆਂ ਹੈਗੀਆਂ ਨੇ ਔਰ ਉਸ ਦੇ ਕੰਟੀਨਿਊਸ ਜਿਹੜੇ ਸਾਡੇ ਚੀਫ ਸਲੋਲੀ ਹੈਗੇ ਨੇ ਜਿਹੜੇ ਆਟਵਾ ਪੁਲਿਸ ਦੇ, ਉਹਨਾਂ ਨੇ ਇੱਥੇ ਡਾਇਰੈਕਟੋਰੇਟ ਬਣਾਇਆ ਰਿਸਪੈਕਟ, ਵੈਲਿਊਜ਼ ਐਂਡ ਇਨਕਲੂਜਨ ਦਾ, ਜਿਹਨੂੰ ਇੱਕ ਸੁਪਰਿੰਟੈਂਡੈਂਟ ਹੈਂਡਲ ਕਰ ਰਹੇ ਨੇ। ਤੇ ਮੇਰਾ ਤੀਜਾ ਜਿਹੜਾ ਰਿਕਮੈਂਡੇਸ਼ਨ ਸੀਗਾ ਕਿ ਜਿਹੜੇ ਰੇਸਿਜ਼ਮ ਹੈਗੇ ਔਰ ਬਾਇਸਡ ਹੈਗੇ ਨੇ ਜਿਹੜੇ ਕਰੰਟ ਸਿਸਟਮ ਦੇ ਅੰਦਰ ਅਗਰ ਇੰਕਲੂਡ ਨਹੀਂ ਹੈਗੇ ਨੇ ਤੇ ਉਹਨੂੰ ਇੰਕਲੂਡ ਕੀਤਾ ਜਾਵੇ। ਔਰ ਅਗਰ ਆਲਰੇਡੀ ਉਸ ਦੇ ਉੱਤੇ ਸਟੈਪ ਚੱਲ ਰਿਹਾ ਹੈਗਾ ਤੇ ਉਹਨੂੰ ਉਸ ਪਾਲਿਸੀ ਨੂੰ ਸਟਰੈਂਥਨ ਕੀਤਾ ਜਾਵੇ। ਤੁਸੀਂ ਦੇਖਿਆ ਹੋਏਗਾ ਕਿ ਮੇਰਾ ਜਿਹੜਾ ਮੋਸ਼ਨ ਹੈ ਉਹ ਹੈਗਾ ਟੂ ਫਿਲ ਦ ਗੈਪਸ। ਅਗਰ ਆਲਰੇਡੀ ਕੰਮ ਚੱਲ ਰਿਹਾ ਜਾਂ ਅੱਗੇ ਚੱਲਣਾ ਉਸ ਦੇ ਅੰਦਰ ਜਿਹੜੇ ਗੈਪਸ ਹੈਗੇ ਨੇ ਉਹਨੂੰ ਫਿਲ ਕੀਤਾ ਜਾਵੇ। ਚੌਥਾ ਜਿਹੜਾ ਮੇਰਾ ਰਿਕਮੈਂਡੇਸ਼ਨ ਸੀਗਾ ਦੈਟ ਇਜ਼ ਅਨਦਰ ਇੰਪੋਰਟੈਂਟ ਵਨ, ਉਹ ਸੀਗਾ ਜਿਹੜੀ OPS ਰੇਸ਼ੀਅਲ ਪ੍ਰੋਫਾਈਲਿੰਗ ਪਾਲਿਸੀ ਹੈਗੀ ਹੈ ਉਹਨੂੰ ਰਿਵਿਊ ਕੀਤਾ ਜਾਵੇ, ਉਹਨੂੰ ਕਰੰਟ ਕੀਤਾ ਜਾਵੇ ਔਰ ਉਹਨੂੰ ਲੀਡਿੰਗ ਪ੍ਰੈਕਟਿਸਿਸ ਦੇ ਨਾਲ ਟਿਊਨ ਕੀਤਾ ਜਾਵੇ। ਔਰ
ਸੁਪਰਵਾਈਜ਼ਰਸ ਨੂੰ ਸਟਾਫ ਨੂੰ ਸਭ ਨੂੰ ਟ੍ਰੇਨਿੰਗ ਦਿੱਤੀ ਜਾਵੇ ਇਸ ਦੇ ਬਾਰੇ। ਔਰ ਪੰਜਵੀਂ ਜਿਹੜੀ ਫਾਈਨਲ ਰਿਕਮੈਂਡੇਸ਼ਨ ਮੈਂ ਆਪਣੇ ਜਿਹੜਾ ਨੋਟਿਸ ਲਿਆ ਸੀ ਉਸ ਤੋਂ ਬਾਅਦ ਐਡ ਕੀਤੀ, ਕਿਉਂਕਿ ਇੱਕ ਸਾਡੇ ਇੱਥੇ ਸਿਟੀ ਆਫ ਆਟਵਾ ਮੇਅਰ ਔਰ ਕਾਉਂਸਲ ਨੇ ਇੱਕ ਇਨੀਸ਼ੀਏਟਿਵ ਲੈ ਕੇ ਐਂਟੀ ਰੇਸਿਜ਼ਮ ਸੈਕਟਰੀਏਟ ਬਣਾਇਆ, ਉਹਦੇ ਨਾਲ ਕਲੱਬ ਕੀਤਾ ਜਾਵੇ ਤਾਂ ਕਿ ਜਿਹੜੇ ਐਫਰਟਸ ਉਹਨਾਂ ਦੇ ਹੈਗੇ ਔਰ ਆਟਵਾ ਪੁਲਿਸ ਦੇ ਹੈਗੇ ਉਹ ਐਫਰਟ ਜਿਹੜੇ ਨੇ ਜੁਆਇੰਟ ਕਰ ਲਏ ਜਾਣ ਤਾਂ ਕਿ ਡੁਪਲੀਕੇਸ਼ਨ ਆਫ ਐਫਰਟਸ ਜਿਹੜੇ ਨੇ ਉਹ ਅਵੋਇਡ ਕੀਤੇ ਜਾਣ। ਜੀ ਜੀ ਦਲਜੀਤ ਜੀ, ਜਿਸ ਤਰ੍ਹਾਂ ਤੁਸੀਂ ਵੇਖਿਆ ਹੀ ਹੋਏਗਾ ਕਿ ਰੇਸਿਜ਼ਮ ਦੇ ਕਈ ਕੇਸਿਸ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦਾ ਜਿਹੜਾ ਲੋਕਾਂ ਦਾ ਵਿਸ਼ਵਾਸ ਹੈਗਾ ਉਹ ਪੁਲਿਸ ਤੋਂ ਉੱਠ ਰਿਹਾ ਹੈ। ਹੁਣ ਕਿਸ ਤਰ੍ਹਾਂ 2020 ਗੋਲਸ ਦੇ ਵਿੱਚ ਰეკਮੈਂਡੇਸ਼ਨਸ ਤੋਂ ਇਲਾਵਾ ਕੀ ਕੁਝ ਹੋਰ ਸ਼ਾਮਿਲ ਕੀਤਾ ਜਾਏਗਾ ਕਿ ਪੁਲਿਸ ਸਰਵਿਸਿਜ਼ ਨੂੰ ਅਸੀਂ ਹੋਰ ਮਜ਼ਬੂਤ ਬਣਾ ਸਕੀਏ? ਜਸਲੀਨ ਜੀ, ਜਿਹੜਾ ਇੰਪੋਰਟੈਂਟ ਚੀਜ਼ ਹੈਗੀ ਹੈ ਉਹ ਹੈਗੀ ਹੈ ਕਲਚਰਲ ਐਂਡ ਇੰਸਟੀਟਿਊਸ਼ਨਲ ਚੇਂਜ। ਮੈਨੂੰ ਬੜਾ गर्व महसूस होता है साढ़े सारे पोलिटिकल लीडर्स स्पेशली आवर प्राइम मिनिस्टर जस्टिन ट्रूडो द राइट ऑनरेबल, उन्होंने भी कहा कि रेसिज्म इज रियल, इट इज इन कैनेडा। सो ते हुण कोई दो राय नहीं हैगी है कि भी जिहड़ा फैक्टर हैगा बायस इंस्टीट्यूशनल जिहड़ा सिस्टमैटिक रेसिज्म वो हैगा, लेकिन ए स्टेप जिहड़ा हैगा ईजी नहीं हैगा। वी हैव टू मेक दोज चेंजिस। और मेरे हिसाब नाल जिहड़ा कि मैं रिकमेंडेशन दित्तियां ने कि 2-3 फैक्टर्स जिहड़े हैगे ने जिहड़ा ते मैं जोर देवांगा और जिन्हां नूं मैं मोनीटर करांगा वो हैगा कि एक दिस शुड बी एन ऑल ऑफ द ऑर्गेनाइजेशनल एफर्ट, मतलब सारे मैंबर्स वुमेन मैन जिहड़े भी हैगे उन्हां नूं इंक्लूड कीता जावे, जिहड़े की कम्युनिटी लीडर्स हैगे ने कम्युनिटी मैंबर्स हैगे ने ਉਹਨਾਂ ਨੂੰ ਇੰਕਲੂਡ ਕੀਤਾ ਜਾਵੇ, ਜਿਹੜੇ ਸਟੇਕ ਹੋਲਡਰਸ ਹੈਗੇ ਨੇ ਉਹਨਾਂ ਦੀ ਫੀਡਬੈਕ ਲਿੱਤੀ ਜਾਵੇ, ਉਹ ਦੇਖਿਆ ਜਾਵੇ ਕਿ ਸਾਡੀ ਕਮਿਊਨਿਟੀ ਕੀ ਚਾਹੁੰਦੀ ਹੈਗੀ ਹੈ ਤੇ ਉਹਨੂੰ ਦੇਖ ਕੇ ਜਿਹੜੀ ਪਾਲਿਸੀਜ਼ ਹੈਗੇ ਜਿਹੜੇ ਪ੍ਰੋਸੀਜਰਸ ਹੈਗੇ ਨੇ ਜਿਹੜੀ ਹਾਇਰਿੰਗ ਹੈਗੀ ਹੈ ਉਹਨਾਂ ਨੇ ਸਲਾਹ ਨਾਲ ਉਹਨਾਂ ਦੀ ਫੀਡਬੈਕ ਨਾਲ ਅਗਰ ਬਣਾਈ ਜਾਂਦੀ ਹੈ ਤੇ ਜਿਹੜਾ ਮਿਊਚੁਅਲ ਟਰਸਟ ਹੈਗਾ ਬਿਟਵੀਨ ਦਾ ਪੁਲਿਸ ਐਂਡ ਦਾ ਕਮਿਊਨਿਟੀ ਉਹ ਐਸਟੈਬਲਿਸ਼ ਹੋਏਗਾ ਔਰ ਇਟ ਵਿਲ ਬੀ ਮੂਵਿੰਗ ਫਾਰਵਰਡ well in the coming months and coming years. जी बिल्कुल, we look forward to it as well. जानना चाहेंगे what prompted you to present this motion? बड़ा तुसी एक पर्सनल पूछा है, मैं तुहानू दसना, मैं थोड़ी जी बैकग्राउंड दसांगा, तुहानू याद होएगा जब मैं इस बोर्ड से अपॉइंट होया सीगा ते मैं तुहाडे PTC च आके इंटरव्यू दित्ती सीगी और मैं काफ़ी डिटेल से दस्सिया सीगा। मैं जब इत्थे आया 2001 ਵਿੱਚ जब मैं अपनी मास्टर्स कर रहा सीगा ते मेरे ਜਿਹੜੇ इशू सीगे ਜਿਹੜੇ एरिया ऑफ स्टडी सीगा और रेसिज्म डिस्क्रिमिनेशन एंड बायस सीगा और मैं उससे 2 पेपर्स भी डेवलप किए और इसके ऊपर उस तरह यूज ऑफ फोर्स इन रिस्पेक्ट ऑफ इंटरनेशनल कॉन्टेस्ट वो भी मेरा एक सब्जेक्ट सीगा जिसके ऊपर मैं पेपर लिखिया। ਇਹ ਜਿਹੜਾ ਇਸ਼ੂ ਹੈਗਾ ਇਹ ਅਸੀਂ ਸਾਰੇ ਜਿਹੜੇ ਹੈਗੇ ਆ ਵੀ ਹੈਵ ਬੀਨ ਲਿਵਿੰਗ ਵਿਦ ਦਿਸ। ਮੈਂ ਇਸ ਨੂੰ ਪਰਸਨਲੀ ਦੇਖਿਆ ਜਦ ਮੈਂ ਇੰਡੀਆ ਸੀਗਾ, ਇੱਥੇ ਆਇਆ ਐਜ਼ ਐਨ ਇੰਡੀਵਿਜੂਅਲ ਐਜ਼ ਪ੍ਰੋਫੈਸ਼ਨਲ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ। ਮੇਰਾ ਖਿਆਲ ਜਦ ਅਸੀਂ ਇੱਥੇ ਆਉਂਦੇ ਹਾਂ, ਜਦ ਮੈਂ ਇੱਥੇ ਆਇਆ ਸੀਗਾ ਤੇ ਮੇਰਾ ਜਿਹੜਾ ਉਹਨਾਂ ਨੇ ਡੈਜ਼ਿਗਨੇਸ਼ਨ ਦਿੱਤਾ ਸੀਗਾ ਉਹ ਸੀਗਾ HR ਸਪੈਸ਼ਲਿਸਟ, HR ਰਿਸੋਰਸ ਸਪੈਸ਼ਲਿਸਟ ਜੌਬ ਦਿਓ। ਕਹਿੰਦੇ ਨੋ ਯੂ ਨੀਡ Canadian experience. So right away एक चीज मेरे दिमाग में आई, मैं कहा is it not a form of discrimination कि भाई मैं अच्छे एज ए प्रोफेशनल आया, इकोनॉमिक इमिग्रेंट आया, या मैंने कैनेडियन एक्सपीरियंस मिग्रेंट है। सो ऑल दीज फैक्टर्स जब मेरे अंदर चल रहे सीगे, डिस्कशन चल रहे सीगे कम्युनिटी नाल, जब मैं बोर्ड च आया ते मैंने एक अपॉर्चुनिटी मिली ते मेरी जेडी डिस्कशंस हैगे ने पुलिस लीडर्स नाल, प्रोफेसर्स नाल थोड़े जे इंटेंसीफाई होए ते OPS मैंबर ऑटवा पुलिस दे मैंबर्स नाल मेरी काफ़ी गल्लां होईयां, डिस्कशंस होए ते जब मैं सारा कलेक्ट कीता इंक्लूडिंग सारे ईयर्स दा, then I thought I should be bringing this forward, these recommendations to help the force in moving forward. Second important चीज मैं जेडी तुहानू दस दवां कि जब मैं डिस्कशंस कर रहा सीगा और मोशन ले आया उस टाइम तक अनफॉर्चुनेटली जॉर्ज फ्लॉयड का इंसिडेंट नहीं होया सीगा। दिस हैपेंड आफ्टर अ वीक। आई इंट्रोड्यूस दिस मोशन इन द मंथ ऑफ मई
definitely that is very unfortunate and a painful incident, but उसने एक एनु फोर्स दे दी कि हुण है बड़ी जरूरी चीज हैगी है और मैनू बहुत सपोर्ट मिली मेरे काउंसलर्स तो लीडर्स तो कम्युनिटी मैंबर्स तो मीडिया ने बहुत सपोर्ट किया and I'm sincerely thankful to everybody. At least I have crossed the first step and I look forward to this sport for moving further as well. जी ਕੰਗ੍ਰੈਚੁਲੇਸ਼ਨਸ ਟੂ ਯੂ ਫॉर ਆਲ ਯੋਰ ਅਚੀਵਮੈਂਟਸ। ਇਸ ਦੇ ਨਾਲ ਹੀ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹਾਂਗੇ ਤੁਸੀਂ ਓਨਟਾਰੀਓ ਪੁਲਿਸ ਸਰਵਿਸਿਜ਼ ਬੋਰਡ ਦੇ ਮੈਂਬਰਸ ਤੇ ਹੈਗੇ ਹੋ, ਨਾਲ ਹੀ ਹੁਣ ਤੁਹਾਨੂੰ ਰੀਸੈਂਟਲੀ ਓਨਟਾਰੀਓ ਐਸੋਸੀਏਸ਼ਨ ਆਫ ਪੁਲਿਸ ਸਰਵਿਸਿਜ਼ ਬੋਰਡ ਦੇ ਡਾਇਰੈਕਟਰ ਵਜੋਂ ਵੀ ਨਿਯੁਕਤ ਕੀਤਾ ਗਿਆ ਹੈ। ਉਸ ਵਿੱਚ ਤੁਹਾਡੇ ਕੀ ਰੋਲ ਹੋਏਗਾ ਹੁਣ? ਜਸਲੀਨ ਜੀ, ਜਿਹੜਾ ਓਨਟਾਰੀਓ ਐਸੋਸੀਏਸ਼ਨ ਆਫ ਪੁਲਿਸ ਸਰਵਿਸਿਜ਼ ਬੋਰਡ ਹੈਗਾ, this is a combination of it is divided into different zones और इसके ਜਿਹੜੇ डायरेक्टर्स ਹੁੰਦੇ ਜਿਹੜੇ ਨੋਮੀਨੇਟਿੰਗ डायरेक्टर्स ਹੁੰਦੇ ਨੇ ਐਗਜ਼ਿਸਟਿੰਗ ਪੁਲਿਸ ਬੋਰਡ ਦੇ ਜਿਹੜੇ ਹੁੰਦੇ ਨੇ ਉਹਨਾਂ ਵਿੱਚੋਂ ਕਿਸੇ ਚ ਬਣਾਇਆ ਜਾਂਦਾ ਹੈਗਾ। ਤੇ ਜਿਹੜਾ ਕੀ ਰੋਲ ਹੈਗਾ ਇਸ ਬੋਡੀ ਦਾ ਉਹ ਹੈਗਾ ਟੂ ਇਕਵਿਪ the police services board to govern effectively to providing advocacy, expertise and training। ਸੇ ਮਕਸਦ ਹੈਗਾ ਕਿ ਜਿਹੜੇ ਜਿਵੇਂ ਹੁਣ ਪੁਲਿਸ ਸਰਵਿਸਿਜ਼ ਐਕਟ ਨਵਾਂ ਆ ਰਿਹਾ ਹੈਗਾ, ਹੁਣ ਸਾਡੀਆਂ ਉਸ ਦੇ ਉੱਤੇ deliberation shuru ho gayi ne we will be providing the training, the governance and advocacy to the existing police board so that they are able to meet their obligations towards the policing and the community in a befitting way। ਜੀ ਦਲਜੀਤ ਜੀ, ਇਸ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਸੀਗਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਵੱਲੋਂ ਜਿਹੜੀ ਰეკਮੈਂਡੇਸ਼ਨਸ ਪ੍ਰੈਜ਼ੈਂਟ ਕੀਤੀਆਂ ਗਈਆਂ, ਜਿਹੜਾ ਮੋਸ਼ਨ ਪਾਸ ਕੀਤਾ ਗਿਆ, ਤੁਸੀਂ ਉਹਦੇ ਤੇ ਪਰਸਨਲੀ ਕੰਮ ਕਰੋਗੇ। ਯੂ ਵਿਲ ਮੇਕ ਸ਼ੋਰ ਕਿ ਜਿਹੜੀ ਵੀ ਰეკਮੈਂਡੇਸ਼ਨਸ ਹੈਗੀਆਂ ਉਹਨਾਂ ਉੱਤੇ ਕੰਮ ਹੋ ਰਿਹਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੇ ਕਦਮ ਤੁਹਾਡੇ ਵੱਲੋਂ ਚੁੱਕੇ ਜਾਣਗੇ? ਜਸਲੀਨ ਜੀ, ਸਭ ਤੋਂ ਪਹਿਲੇ ਤੇ ਮੈਂ ਇੱਕ ਚੀਜ਼ ਤੁਹਾਨੂੰ ਸ਼ਾਇਦ ਪਤਾ ਹੋਏਗਾ ਕਿ ਜਿਹੜਾ ਪੁਲਿਸ ਬੋਰਡ ਹੈਗਾ, ਅਸੀਂ ਸਿਰਫ ਇੱਕ ਸਟ੍ਰੈਟੇਜਿਕ ਡਾਇਰੈਕਸ਼ਨ ਦੇ ਸਕਦੇ ਹਾਂ। ਅਸੀਂ ਉਹਨਾਂ ਦੇ ਪੁਲਿਸ ਦੇ ਡੇ ਟੂ ਡੇ ਆਪਰੇਸ਼ਨਲ ਮੈਟਰਸ ਸੇ ਇੰਟਰਫੇਅਰ ਨਹੀਂ ਕਰਦੇ, ਲੇਕਿਨ ਕਿਉਂਕਿ ਅਸੀਂ ਜਿਹੜੀ ਡਾਇਰੈਕਸ਼ਨ ਦਿੱਤੀ ਹੈਗੀ ਹੈ, I will be working, along with my fellow board members on the police board, we will be working very closely with the chief of the police and the Ottawa police ਕਿ ਜਿਹੜੀਆਂ ਡਾਇਰੈਕਸ਼ਨ ਅਸੀਂ ਐਂਟੀ ਰੇਸਿਜ਼ਮ ਦੇ ਉੱਤੇ, ਡਿਸਕ੍ਰਿਮੀਨੇਸ਼ਨ ਐਂਡ ਬਾਇਸ ਦੇ ਉੱਤੇ ਦਿੱਤੀਆਂ ਨੇ, ਇਸ ਨੂੰ ਔਰ ਕਮਿਊਨਿਟੀ ਫੀਡਬੈਕ ਜਿਹੜੀ ਰੈਗੂਲਰ ਆਈ ਜਾਏਗੀ, ਸਟੇਕ ਹੋਲਡਰਸ ਦੀ ਜਿਹੜੀ ਆਈ ਜਾਏਗੀ, ਇਸ ਨੂੰ ਅਸੀਂ ਅੱਗੇ ਲਿਜਾਈਏ। we will be also consulting the few experts into this area ਜਿਨ੍ਹਾਂ ਨੇ ਇਸ ਸਬਜੈਕਟਸ ਤੇ ਕਾਫੀ ਦੇਰ ਕੰਮ ਕੀਤਾ ਹੈ। ਜਿਹੜੇ ਇੰਡਸਟਰੀਅਲ ਜਿਹੜੇ ਟੂਲਸ ਹੈਗੇ ਨੇ, ਜਿਹੜੇ ਪਿਛਲੇ ਸਾਲਾਂ 'ਚ ਟੂਲਸ ਇੰਪਲੀਮੈਂਟ ਹੋਏ ਨੇ, ਉਹਨੂੰ ਸਟੱਡੀ ਕਰਾਂਗੇ। ਬੋਰਡ ਮੈਂਬਰਸ ਨੂੰ ਵੀ ਟ੍ਰੇਨਿੰਗ ਹੋਏਗੀ, ਉਹਨਾਂ ਨੂੰ ਵੀ ਹੋਏਗੀ ਕਿ ਅਸੀਂ ਇਹਨੂੰ ਕੋਲੈਕਟਿਵਲੀ ਅਸੀਂ ਕਿਵੇਂ ਅੱਗੇ ਲਿਜਾਈਏ ਤਾਂ ਕਿ ਅਸੀਂ ਇੱਕ ਬਿਹਤਰ ਆਟਵਾ, ਬਿਹਤਰ ਕੰਟਰੀ ਇਹਨੂੰ ਬਣਾ ਸਕੀਏ। ਜੀ ਬਿਲਕੁਲ। ਅਖੀਰ ਦੇ ਵਿੱਚ ਕੋਈ ਸੁਨੇਹਾ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਮੈਂ ਇਹੀ ਕਹਾਂਗਾ ਕਿ ਅੱਜ ਦੀ ਡੇਟ ਵਿੱਚ ਵੀ ਸਾਡੀ ਜਿਹੜੀ ਪੁਲਿਸ ਹੈਗੀ ਹੈ, ਉਹ ਭਾਵੇਂ ਆਟਵਾ ਦੀ ਹੋਵੇ ਜਾਂ ਕਿੱਥੇ ਦੀ ਵੀ ਹੋਵੇ, they are doing their best to serve you and they are committed to serve you and of course ਮੈਂ ਨਹੀਂ ਕਹਿੰਦਾ ਕਿ their shortcoming ਨਹੀਂ ਹੁੰਦੀ। We are not perfect, let me be honest, we are not perfect, but we are there to listen, we are listening, we will make changes and give us an opportunity to serve you even better than what we had been। ਜੀ ਦਲਜੀਤ ਜੀ, ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਅਤੇ ਸਾਰੀ ਜਾਣਕਾਰੀ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਸੋ ਮਚ ਫॉर ਜੁਆਇਨਿੰਗ PTC ਪੰਜਾਬੀ ਐਂਡ ਪਲੀਜ਼ ਸਟੇ ਸੇਫ। Thank you and thanks for giving me an opportunity again and I really value and thank you again to all the viewers for giving a patient hearing. Thank you। ਸੋ ਹੈਡਲਾਈਨ ਕੈਨੇਡਾ ਵਿੱਚ ਐਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਫਿਲਹਾਲ ਮੈਨੂੰ ਦਿਓ ਇਜਾਜ਼ਤ ਅਤੇ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਤੁਸੀਂ ਵੇਖਦੇ ਰਹੋ PTC ਨਿਊਜ਼।